ਭਾਰਤ ਦਾ ਨਿਕਟ ਵਿਰੋਧੀ ਦੇਸ਼ ਚੀਨ ਹਮੇਸ਼ਾ ਹਿੰਦੁਸਤਾਨ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਜੋ ਜੰਗ ਬਾਜੂ ਉਹਦੀਆਂ ਨੀਤੀਆਂ ਹਨ ਉਹਨਾਂ ਨੂੰ ਦੁਨੀਆ ਵਿੱਚ ਉਭਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। तो 1962 ਦੀ ਜੰਗ ਜਿਹੜੀ ਕਿ ਉਸ ਵੇਲੇ ਭਾਰਤ ਦੀਆਂ ਸੈਨਾਵਾਂ ਨੇ ਲੜੀ ਸੀ, ਉਸ ਸਮੇਂ ਦੇ ਜੰਗਬਾਜ਼ ਜਿਨ੍ਹਾਂ ਨੇ 1962 ਦੀ ਜੰਗ ਵਿੱਚ ਚੀਨ ਨੂੰ ਚਣੇ ਚਬਾਏ, ਕੈਪਟਨ ਜੋਧ ਸਿੰਘ ਪਿੰਡ ਡਿਆਲ ਰਾਜਪੂਤਾਂ ਜ਼ਿਲ੍ਹਾ ਤਰਨਤਾਰਨ ਨਾਲ ਅੱਜ ਇੱਕ ਤੁਹਾਡੀ ਮੁਲਾਕਾਤ ਕਰਾ ਰਿਹਾ ਹਾਂ। ਉਸ ਵੇਲੇ ਉਹਨਾਂ ਨੇ ਚੀਨ ਨੂੰ ਕਿਵੇਂ ਚਣੇ ਚਬਾਏ, ਆਓ ਉਹਨਾਂ ਨਾਲ ਇੱਕ ਗੱਲਬਾਤ ਸਾਂਝੀ ਕਰਦੇ ਹਾਂ। ਕੈਪਟਨ ਸਾਹਿਬ, 1962 ਦੀ ਜੰਗ ਸਮੇਂ ਤੁਸੀਂ ਫੌਜ ਵਿੱਚ ਤੈਨਾਤ ਸੀ। ਉਸ ਵੇਲੇ ਚੀਨ ਦੇ ਨਾਲ ਤੁਸੀਂ ਇੱਕ ਬਹੁਤ ਵੱਡੀ ਜੰਗ ਲੜੀ ਔਰ ਉਹਦਾ ਭਾਰੀ ਨੁਕਸਾਨ ਕੀਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਰਸ਼ਕਾਂ ਦੇ ਨਾਲ ਇੱਕ ਐਸੀ ਸਾਨੂੰ ਗਾਥਾ ਸੁਣਾਓ ਕਿ ਉਸ ਸਮੇਂ ਜੰਗ ਦੇ ਵਿੱਚ ਉਹ ਕੀ ਹਾਲਾਤ ਸਨ ਤੇ ਕਿਵੇਂ ਤੁਸੀਂ ਜੰਗ ਜਿੱਤੀ। ਉਹ ਜੀ ਇਸ ਤਰ੍ਹਾਂ ਵਾ ਵੀ ਚੀਨ ਨੇ ਬਹੁਤ ਧਮਕੀਆਂ ਦਿੱਤੀਆਂ ਸੀ ਉਦੋਂ, ਤੇ ਉਹਦੇ ਵਾਸਤੇ ਸਾਡੀ 13 ਫੀਲਡ ਦੀ 38 ਬੈਟਰੀ ਤਿਆਰ ਹੋਈ ਸੀ। 12 ਮੂਲੇ ਤੋਂ ਸ੍ਰੀਨਗਰ ਜਹਾਜ਼ਾਂ 'ਤੇ ਚੜ੍ਹਨ ਵਾਸਤੇ ਵੀ ਜਹਾਜ਼ਾਂ 'ਤੇ ਤੋਪਾਂ ਜਾਣੀਆਂ ਸੀ ਉੱਥੇ ਚਸ਼ੂਲ ਹਵਾਈ ਅੱਡੇ 'ਚ। ਜਦੋਂ ਉੱਥੇ ਮਤਲਬ 3 ਦਿਨ ਤਾਂ ਮੈਡੀਕਲ ਹੋਈ ਉਹਨਾਂ ਦੀ, ਤਿੰਨ ਦਿਨ ਮੈਡੀਕਲ ਤੋਂ ਬਾਅਦ ਫਿਰ ਜਿਹੜੇ ਜਵਾਨ ਫਿੱਟ ਹੋਏ, 250 ਬੰਦਾ ਫਿੱਟ ਹੋਇਆ ਉੱਥੇ ਜਾਣ ਵਾਸਤੇ। ਜਦੋਂ ਉਹ ਬੰਦੇ ਅਰਦਾਸਾਂ ਕਰਕੇ ਸੋਧ ਕੇ ਜਹਾਜ਼ਾਂ 'ਤੇ ਚੜ੍ਹਨਾ ਸੀ ਤੇ ਸਮਾਨ ਵਗੈਰਾ ਲੋਡ ਹੋ ਗਿਆ ਸਾਰਾ ਸਾਡਾ, ਉਦੋਂ ਇੱਕ ਏਅਰ ਫੋਰਸ ਦਾ ਮੇਜਰ ਸਾਹਿਬ ਸੀ, ਉਹ ਸਾਡੇ ਕੋਲ ਆਇਆ ਵੀ ਤੁਸੀਂ ਬਹੁਤ ਜਕਾਰੇ ਛੱਡੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ। ਜਿੱਥੇ ਵੀ ਤੁਸੀਂ ਜਾ ਕੇ ਲੜਾਈ ਲੜੋਗੇ ਮੈਂ ਤੁਹਾਨੂੰ 2 ਚੀਜ਼ਾਂ ਦੀ ਟੋਟ ਨਹੀਂ ਆਉਣ ਦਿੰਦਾ। ਪਹਿਲੀ ਤਾਂ ਅਮਨੀਸ਼ਨ, ਦੂਸਰਾ ਰਾਸ਼ਨ। ਇਹ 2 ਚੀਜ਼ਾਂ ਸਾਨੂੰ ਉਹਨੇ ਬਹੁਤ ਜ਼ਿਆਦਾ ਤਰੀਕੇ ਨਾਲ ਪਹੁੰਚਾਈਆਂ। ਸਾਡੇ ਕੋਲ ਜਿੱਥੇ ਵੀ ਤੋਪਾਂ ਲੱਗੀਆਂ ਉੱਥੇ ਜਾ ਕੇ ਪਹੁੰਚਾਈਆਂ। ਜਦੋਂ ਜਹਾਜ਼ ਉੱਡਣ ਲੱਗਾ ਉਦੋਂ ਸਾਡੇ ਜਹਾਜ਼ ਦੇ ਵਿੱਚ ਜਨਰਲ ਬਿਕਰਮ ਸਿੰਘ ਆਣ ਕੇ ਚੜ੍ਹ ਗਿਆ। ਜਨਰਲ ਬਿਕਰਮ ਸਿੰਘ ਜਦੋਂ ਉੱਥੇ ਜਹਾਜ਼ ਗਏ ਤੇ ਸਮਾਨ ਤਾਰਨ ਦੇ ਪਏ, ਜਨਰਲ ਬਿਕਰਮ ਸਿੰਘ ਉੱਤਰ ਕੇ ਤੇ ਜੀਪੀਓ ਸਾਹਿਬ ਨੂੰ ਆਵਾਜ਼ ਮਾਰੀ। ਜੀਪੀਓ ਸਾਹਿਬ ਇੱਧਰ ਉਹਦੇ ਲਾਗੇ ਆਇਆ ਤੇ ਉਹਨਾਂ ਦੱਸਿਆ ਵੀ ਇੱਥੇ ਪਹਿਲੀ ਤੋਪ ਇੱਥੇ ਲਾਉਣੀ ਆ। ਜਿੱਥੇ ਉਹਨਾਂ ਨੇ ਤੋਪ ਲਵਾਈ ਸਾਡੀ, ਉੱਥੇ ਦੁਸ਼ਮਣ ਦਾ ਗੋਲਾ ਨਹੀਂ ਆ ਸਕਿਆ ਮੁੜ ਕੇ ਕਦੀ ਵੀ। ਉਸ ਤੋਂ ਬਾਅਦ ਫਿਰ ਉੱਥੇ 1 ਮਹੀਨਾ ਹੀ ਰਹੇ। 1 ਮਹੀਨੇ ਬਾਅਦ ਫਿਰ ਇਹ ਲੜਾਈ ਦਾ ਸਾਰ ਬਣ ਗਿਆ ਤੇ ਸਾਰੇ ਹਿੰਦੁਸਤਾਨ 'ਤੇ ਇਹੋ ਹੀ ਆਵਾਜ਼ ਆਈ ਵੀ ਚੀਨੀ ਆਗੇ ਭਾਗ ਜੋ, ਚੀਨੀ ਆਗੇ ਭਾਗ ਜੋ। ਤੇ ਮੁੜ ਕੇ ਜਦੋਂ ਸਾਡੇ ਕੋਲ ਇਹ ਆਵਾਜ਼ ਸੁਣੀ ਤੇ ਅਸੀਂ ਤੇ ਇੱਥੋਂ ਜਕਾਰੇ ਛੱਡ ਚੜ੍ਹੇ ਹਾਂ। 66ਵੇਂ ਜਵਾਨ ਗਏ ਸੀਗੇ ਤੇ ਅਸੀਂ ਤਾਂ ਭੱਜਣ ਵਾਸਤੇ ਤਿਆਰ ਨਹੀਂ ਹੋਏ। ਅਸੀਂ ਤਾਂ ਇਹੋ ਹੀ ਸੋਚਿਆ ਵੀ ਇੱਥੇ ਲੜਾਂਗੇ ਤੇ ਇੱਥੇ ਹੀ ਮਰਾਂਗੇ ਜਾਂ ਮਾਰਾਂਗੇ ਉਹਨਾਂ ਨੂੰ, ਦੁਸ਼ਮਣ ਨੂੰ। ਅਸੀਂ ਨਹੀਂ ਭੱਜਣਾ ਇੱਥੋਂ। ਤੇ ਸਾਡੇ ਕੰਨਾਂ 'ਚ ਆਵਾਜ਼ ਇਹ ਵੀ ਆਈ ਵੀ ਤੁਸੀਂ ਅਮਨੀਸ਼ਨ ਕੋ ਆਗ ਲਗਾ ਦਿਓ, ਸਟੋਰਾਂ ਕੋ ਆਗ ਲਗਾ ਦਿਓ ਤੇ यहाँ छोड़ कर भाग जाओ। तो वो तो इतनी गल आके तो इतों चले गए। अं तो फिर तैयारी कर ली उत्थे तो मतलब अमनीशन होर। कैप्टन साहब कि तुसीं दस सकते भी उस वेले जिहड़ा जिन्हें अधिकारी ने तुहानूं ये गल कही भी भाग जो जां अमनीशन अग ला दो, कोई याद है तुहानूं उनका नाम या भुल चुके ना? नहीं, उन्होंने नाम भुल गए। वो तो सारी बार्डर से आवाज़ आउण डई सी भी भाजो चीनी आगे भाग जाओ, चीनी आगे भाग जाओ। चीन की जिहड़ी मतलब अगे इन्फेंट्री सी कोई नहीं रहा। 4.5 जवान ओपी वाले रह गए उत्थे ते वो नहीं भजे उत्थों। साडा ओपी अफसर भी उत्थों उन्हां दे नाल कंपनी कमांडर दे नाल ही चलिया गया ते ये 4 जवान उत्थे रह गए। इन्हां 4 जवानां ने बहुत बहादरी नाल लड़ाई लड़ी 2:30 बजे तक। 2:30 बजे उन्होंने ये गल आखी आ भी हुण दुश्मन साडे उत्ते आन चढ़िया, इस करके तुसीं लगातार साडे उत्ते फायर करना शुरू कर दिओ। दुश्मन साडे उत्ते आन चढ़िया। फिर 2:30 बजे तो बाद फिर वो घट ही बोले, फिर नहीं बोले, फिर तो वो शहीद हो गए। पता नहीं वो साडे कोल ना हो गए जां उन्हां दे ना हो गए। वो 4 बंदे साडे उत्थे शहीद होए। नायक प्रीतम सिंह पिंड मालूवाल जिला तरनताਰਨ, इस तरह टीए गुरदीप सिंह पिंड खब्बे राजपूत जिला तरनताਰਨ। 2 बंदे लुधियाने दे ही सीत सिंह ते सरवण सिंह। उन्होंने भी हुण तक बुलाउंदे आ उत्थे, क्योंकि सानू बहुत वड्डा नाम मिलिया ही उदों लड़ाई तो बाद। सानू जनरल बिक्रम सिंह ने आन के दस्सिया जदों दूजियां
ਆਪਣੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਤੇ ਚੀਨ ਬਹੁਤ ਰੋਇਆ ਪਿੱਟਿਆ ਉਦੋਂ। ਤੇ ਉਦੋਂ ਫਿਰ ਮਿਲਣ ਵਾਸਤੇ ਸਾਨੂੰ ਅਮਰੀਕਾ ਦੇ ਪ੍ਰਧਾਨ ਮੰਤਰੀ ਆਪਣੇ ਰਸ਼ੀਆ ਦੇ ਸਾਰੇ ਮੁਲਕਾਂ ਦੇ ਆਏ। ਉਹ ਪਹਿਲੋਂ ਉੱਧਰੋਂ ਵੀ UN ਵਾਲੇ ਆਏ ਤੇ ਉਹਨਾਂ ਨੇ ਵੀ UN ਕੋਲ ਪਿੱਟਿਆ ਚੀਨ ਭਈ ਸਾਨੂੰ ਤਾਂ ਲੋਹੇ ਦੇ ਚਣੇ ਚ ਬਾਤੇ। ਉਹਨਾਂ ਨੇ ਇੱਥੇ ਪਤਾ ਨਹੀਂ ਕਿੰਨੀ ਕੁ ਫੌਜ ਲੱਗੀ ਆ ਤੇ ਬੰਦਾ ਅਸੀਂ 250 ਸਿਰਫ ਤੋਪਖਾਨੇ ਦੇ ਵਿੱਚ ਤੇ 8 ਤੋਪਾਂ ਸੀ ਸਾਡੇ ਕੋਲ। ਜਦੋਂ 8 ਤੋਪਾਂ ਦਾ ਜਦੋਂ ਉਹਨਾਂ ਨੇ ਇਸ ਤਰ੍ਹਾਂ ਸਾਡੇ ਤੇ ਹਮਲਾ ਕੀਤਾ, ਪਹਿਲੋਂ ਤਾਂ ਉਹਨਾਂ ਨੇ ਪੂਰਾ ਹਲ ਵਾਹਿਆ, ਜਿਸ ਤਰ੍ਹਾਂ ਹਲ ਵਾਹੁੰਦਾ ਨਾ ਰਾਲਾ ਮਲ ਮਲ ਕੇ, ਇਸ ਤਰ੍ਹਾਂ ਅੱਡੇ ਦੇ ਵਿੱਚ ਉਹਨਾਂ ਹਲ ਵਾਹਤਾ। ਗੋਲਿਆਂ ਦਾ ਹਲ ਵਾਹਿਆ ਜੀ। ਤੇ ਸਾਡੀਆਂ ਤੋਪਾਂ ਪਾਸੇ ਤੇ ਲੱਗੀਆਂ ਸੀ ਤੇ ਉੱਥੋਂ ਤੱਕ ਗੋਲਾ ਨਹੀਂ ਉਹਨਾਂ ਦਾ ਕੋਈ ਵੀ ਆਇਆ, ਕਿਉਂਕਿ ਜਨਰਲ ਬਿਕਰਮ ਸਿੰਘ ਨੇ ਐਡਾ ਸੂਝਵਾਨ ਨਾਲ ਉਹ ਜਗ੍ਹਾ ਸਿਲੈਕਟ ਕੀਤੀ ਤੇ ਮੁੜ ਕੇ ਉੱਥੇ ਉਹਨਾਂ ਦਾ ਗੋਲਾ ਨਹੀਂ ਆ ਸਕਿਆ। ਇੱਕ ਕਿੱਲਾ ਸਾਡੇ ਤੋਂ ਪਿਛਲੇ ਬੰਨੇ ਉਹਨਾਂ ਦੇ ਗੋਲੇ ਬਹੁਤ ਆਏ। ਜਿਹੜਾ ਸਾਡੇ ਉੱਤੇ ਗੋਲਾ ਆਉਣਾ ਚਾਹੀਦਾ ਸੀ ਉਹ ਉਹਨਾਂ ਦਾ ਪਹਾੜ ਦੇ ਵਿੱਚ ਟੱਕਰ ਖਾਂਦਾ ਸੀ। ਇਸ ਕਰਕੇ ਜਦੋਂ ਉਹਨਾਂ ਨੇ ਸੋਚ ਲਿਆ ਕਿ ਅੱਡਾ ਤੇ ਖਾਲੀ ਹੋ ਗਿਆ ਤੇ ਅੱਡਾ ਖਾਲੀ ਹੋ ਗਿਆ ਤੇ ਉਹਨਾਂ ਦੀ ਫੌਜ ਕਬਜ਼ਾ ਕਰਨ ਵਾਸਤੇ ਆ ਗਈ। ਜਦੋਂ ਜਿਸ ਤਰ੍ਹਾਂ ਭੇਡਾਂ ਵਾੜੇ ਚੋਂ ਕੱਢੀਏ ਨਾ ਤੇ ਇੱਕੇ ਰਾਤ ਹੁਣੀ ਨਿਕਲਦੇ ਆ ਵਾੜੇ ਦੇ ਵਿੱਚੋਂ, ਇਸੇ ਤਰ੍ਹਾਂ ਉੱਥੇ ਪਹਾੜ ਦੇ ਉੱਤੇ ਇੱਕ ਜਗ੍ਹਾ ਬਣੀ ਆ, ਜਿਹੜੀ ਜਗ੍ਹਾ ਦੇ ਵਿੱਚ ਦੀ ਉਹ ਬਾਹਰ ਸਾਡੇ ਵੱਲ ਨੂੰ ਆਉਂਦੇ ਸੀ। ਜਦੋਂ ਸਾਡੇ ਤੋਂ 8 ਕਿਲੋਮੀਟਰ ਰਹਿ ਗਏ ਉਹ ਤਕਰੀਬਨ, ਤੇ 8 ਕਿਲੋਮੀਟਰ ਤੇ ਫਿਰ ਅਸੀਂ ਸਾਰਿਆਂ ਨੇ ਜਕਾਰਾ ਛੱਡ ਕੇ ਤੇ ਫਿਰ ਤੋਪਾਂ 8 ਦਾ ਫੈਰ ਉੱਥੇ ਗਿਆ ਤੇ 2-2.5 ਘੰਟੇ ਫੈਰ ਹੋਇਆ। 2-2.5 ਘੰਟਿਆਂ 'ਚ ਉਹਨਾਂ ਦਾ ਸਫਾਇਆ ਹੋ ਗਿਆ। ਅੱਜ ਤੱਕ ਮੁੜ ਕੇ ਚੀਨ ਨੇ ਪਿੱਛਾ ਭੁੰਕੇ ਨਹੀਂ ਵੇਖਿਆ ਉੱਥੋਂ। ਜੇ ਤਾਂ ਸਾਡੀ ਇਕੱਲੀ ਬੈਟਰੀ ਸੀ ਉਦੋਂ 38 ਬੈਟਰੀ ਤੋਪਖਾਨੇ ਦੀ, ਜੇ ਸਾਰੀ ਰੈਜਮੈਂਟ ਹੁੰਦੀ ਤੇ ਅਸੀਂ ਉਹਨਾਂ ਨੂੰ ਚੀਨ ਨੂੰ ਭਜਾ ਕੇ ਉਹਨਾਂ ਦੇ ਪਿੰਡ ਛੱਡ ਆਉਣਾ ਸੀ, ਗਾਂ ਨਗਾ ਦੇਣਾ ਸੀ ਚੀਨ ਉੱਥੋਂ। ਪਰ ਉਦੋਂ ਸਾਡੀ ਇਕੱਲੀ ਬੈਟਰੀ ਸੀ ਉੱਥੇ। ਨਹੀਂ, ਤੁਹਾਡੀਆਂ ਤੋਪਾਂ ਨਾਲ ਕੈਪਟਨ ਸਾਹਿਬ ਉਹਨਾਂ ਦਾ ਕਿੰਨਾ ਕੁ ਆਰਮੀ ਦਾ ਨੁਕਸਾਨ ਅੰਦਾਜ਼ਾ, ਤੁਹਾਡੇ ਅੰਦਾਜ਼ੇ ਕਿੰਨਾ ਹੋ ਸਕਿਆ? 1300 ਬੰਦੇ ਦੀ ਉਹਨਾਂ ਲਾਸ਼ ਚੁੱਕੀ ਆ ਜੀ ਬਾਅਦ ਵਿੱਚ। 3 ਮਹੀਨੇ ਤੋਂ ਬਾਅਦ ਅਸੀਂ ਉੱਥੋਂ 4 ਬੰਦਿਆਂ ਦੀਆਂ ਲਾਸ਼ਾਂ ਲਿਆਂਦੀਆਂ ਮੁੜ ਕੇ। ਉਹ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਦੇ ਨਾਂ। ਤੇ ਬਹੁਤ ਬਹਾਦਰੀ ਨਾਲ ਲੜੇ ਆ। ਫਿਰ ਜਦੋਂ ਜਨਰਲ ਬਿਕਰਮ ਸਿੰਘ ਨੇ ਆਣ ਕੇ ਜਦੋਂ ਅਮਰੀਕਾ ਦੇ ਤੇ ਉਹਨਾਂ ਦੇ ਰਾਸ਼ਟਰਪਤੀ ਵਗੈਰਾ ਆਣ ਕੇ ਸਾਡੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤੇ ਨਾਲ ਜਨਰਲ ਬਿਕਰਮ ਸਿੰਘ ਸੀ। ਜਨਰਲ ਬਿਕਰਮ ਸਿੰਘ ਨੇ ਉੱਥੇ ਐਲਾਨ ਕੀਤਾ ਵੀ ਹਿੰਦੁਸਤਾਨ ਦੀ ਗੁਰਜ ਦਊਂਗਾ ਜਿਹੜੀ ਅਜੇ ਤੱਕ ਕਿਸੇ ਅਟਲਰੀ ਯੂਨਿਟ ਕੋਲ ਨਹੀਂ ਗਈ, ਤੇ ਹਿੰਦੁਸਤਾਨ ਦੀ ਗੁਰਜ ਦਊਂਗਾ। ਇੱਕ ਇਹਨਾਂ ਨੂੰ ਜਿਹੜੇ 250 ਬੰਦੇ ਨੇ ਜਵਾਨਾਂ ਨੇ ਲੜਾਈ ਲੜੀ ਆ, ਇਹਨਾਂ ਨੂੰ ਜੰਗੀ ਨਾਮ ਦਊਂਗਾ ਜਿਹੜਾ 3 ਪੁਸ਼ਤਾਂ ਤੱਕ ਮਿਲਦਾ ਰਹੂਗਾ। ਉਹ ਮੁੜ ਕੇ ਜਦੋਂ ਅਸੀਂ ਲੈਣ ਵਾਸਤੇ ਆਏ ਉਧਮਪੁਰ ਤੱਕ ਪਹੁੰਚ ਗਏ ਹਾਂ ਅਸੀਂ ਉੱਥੋਂ ਕਲਾਈਮੈਂਟ ਕਰਦੇ ਕਰਦੇ। ਤੇ ਜਦੋਂ ਉਧਮਪੁਰ ਆਏ ਤੇ ਉਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ। 5 ਜਰਨਲ ਇੱਕੇ ਜਹਾਜ਼ ਦੇ ਵਿੱਚ ਮਰੇ ਸੀ, ਉਹ ਐਕਸੀਡੈਂਟ ਹੋ ਗਏ। ਤੇ ਉਹਨਾਂ ਦੇ ਮਰਨ ਤੋਂ ਬਾਅਦ ਫਿਰ ਸਾਡੇ ਜਿਹੜੇ ਨਾਮ ਨੂਮ ਸੀ ਨਾ ਉਹ ਸਾਰੇ ਪੈਰਾਂ ਥੱਲੇ ਦਬਾ ਤੇ ਥੱਲੇ। 6-7 ਸਾਲਾਂ ਬਾਅਦ ਕਿਸੇ ਜਰਨਲ ਨੇ ਉੱਥੋਂ ਮੁੜ ਕੇ ਫਿਰ ਕਾਗਜ਼ ਫੋਲੇ ਤੇ ਉਹ ਹਿੰਦੁਸਤਾਨ ਦੀ ਗੁਰਜ ਤਾਂ ਸਾਡੀ ਯੂਨਿਟ ਨੂੰ ਮਿਲੀ ਆ ਸਾਡੇ ਨਾਂ ਦੇ ਉੱਤੇ। ਅਜੇ ਵੀ ਉਹ ਝੰਡਾ ਸਾਨੂੰ ਲੜਾਈ ਦਾ ਮਿਲਿਆ ਵਾ। ਜਦੋਂ ਕੋਈ ਵੱਡੇ ਅਫਸਰ ਆਉਂਦੇ ਆ ਤੇ ਉਹ ਵੇਖ ਕੇ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਇਹ ਜੰਗਜੂ ਵਾਲੀ ਤੋਪਖਾਨਾ ਵਾ, ਇਹਨਾਂ ਨੇ ਆਹ ਜ਼ਬਰਦਸਤ ਲੜਾਈ ਲੜੀ ਆ। ਤੇ ਕੈਪਟਨ ਸਾਹਿਬ, ਇਹ ਸੁਣਿਆ ਜਾਂਦਾ ਉਦੋਂ ਬਚਪਨ ਵਿੱਚ ਮੈਂ ਵੀ ਸੁਣਦਾ ਰਿਹਾ ਕਿ ਜਦੋਂ ਚੀਨ ਦੀ ਜੰਗ ਲੱਗੀ ਤੇ ਸਾਡੇ ਪੰਜਾਬ ਦੇ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ, ਉਹ ਵੀ ਤੁਹਾਡੇ ਕੋਲ ਕਿਤੇ ਗਏ ਆ ਇਸ ਸਮੇਂ ਦਰਮਿਆਨ ਕਿ ਨਹੀਂ? ਹਾਂ ਜੀ, ਉਹ 7 ਦਿਨ ਸਾਡੇ ਕੋਲ ਆਓ ਭਗਤ ਵਾਸਤੇ ਰਹੇ ਸੀ ਉੱਥੇ। ਜਦੋਂ ਦੂਜੇ ਮੁਲਕਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਉਂਦੇ ਆ ਤੇ ਉਦੋਂ ਉਹ ਉਹਨਾਂ ਦੀ ਆਓ ਭਗਤ ਕਰਦੇ ਸੀ। ਨਾਲ ਜਨਰਲ ਬਿਕਰਮ ਸਿੰਘ ਹੁੰਦੇ ਸੀ। ਤੇ ਜਦੋਂ ਉੱਥੇ ਫਿਰ ਐਲਾਨ ਕੀਤਾ ਤੇ ਉਹ ਐਲਾਨ ਤੋਂ ਅਸੀਂ ਦਿੱਲੀ ਤੱਕ ਜਾਣਾ ਸੀ ਲੈਣ ਵਾਸਤੇ ਕਲਾਈਮੈਂਟ ਕਰਦਿਆਂ। ਤੇ ਜਦੋਂ ਉਧਮਪੁਰ ਪਹੁੰਚ ਗਏ ਤੇ ਉਧਮਪੁਰ ਆਣ ਕੇ ਤੇ ਉਹਨਾਂ ਦਾ ਉਦੋਂ ਐਕਸੀਡੈਂਟ ਹੋ ਗਿਆ। ਫਿਰ ਸਾਡਾ ਉਹ ਸਾਰਾ ਨਾਮ ਨੂੰ ਥੱਲੇ ਦੱਬਿਆ ਗਿਆ। ਫਿਰ ਬਾਅਦ 'ਚ ਕਿਸੇ ਜਨਰਲ ਸਾਹਿਬ ਨੇ ਵੇਖਿਆ ਆਣ ਕੇ ਵੀ ਇਹਨਾਂ ਨੇ ਲੜਾਈ ਲੜੀ ਆ ਤੇ ਇਹਨਾਂ ਨੂੰ ਮਿਲਿਆ ਕੁਛ ਨਹੀਂ ਉਹ ਯੂਨਿਟ ਨੂੰ। ਫਿਰ ਸਾਨੂੰ ਹਿੰਦੁਸਤਾਨ ਦਾ ਲੜਾਈ ਦਾ ਝੰਡਾ ਮਿਲਿਆ ਵਾ ਸਾਡੀ ਯੂਨਿਟ ਨੂੰ, ਜਿਹੜਾ ਸਾਡੇ ਨਾਂ 'ਤੇ ਅਜੇ ਵੀ ਯੂਨਿਟ ਦੇ ਵਿੱਚ ਲੱਗਦਾ ਤੇ ਯੂਨਿਟ ਯਾਦ ਕਰਦੀ ਆ। ਉੱਥੇ ਜਿਹੜੇ ਬੰਦੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੱਦਦੇ ਆ। ਜਿਹੜੇ ਹੋਰ ਵੀ ਬੰਦੇ ਉਦੋਂ ਦੇ ਲੜਾਈ 'ਚ ਹਿੱਸਾ ਲਿਆ ਸੀ ਜਿਨ੍ਹਾਂ ਨੇ,
ਉਹਨਾਂ ਨੂੰ ਜਿਹੜਾ ਪਤਾ ਲੱਗਦਾ ਫਿਰ ਉਹ ਸਾਡੀ ਯੂਨਿਟ ਵਾਲੇ ਬੁਲਾਉਂਦੇ ਆ ਉੱਥੇ। ਕੈਪਟਨ ਸਾਹਿਬ, ਤੁਸੀਂ ਇਹ ਦੱਸ ਸਕਦੇ ਜੇ ਵੀ ਜਿੱਥੇ ਤੁਸੀਂ ਉਸ ਚਸ਼ੂਲ ਹਵਾਈ ਅੱਡੇ ਤੇ ਏਡੀ ਬਹਾਦਰੀ ਨਾਲ ਲੜੇ ਆ, ਜੇ ਤੁਹਾਡੀ ਉੱਥੇ ਫੌਜ ਨਾ ਲੜਦੀ ਇੰਨੀ ਬਹਾਦਰੀ ਨਾਲ, ਤੇ ਉਹ ਜਿਹੜਾ ਹਵਾਈ ਅੱਡਾ ਕੀ ਉਹ ਸਾਡੇ ਕੋਲ ਹੁੰਦਾ ਜਾਂ ਅੱਜ ਚੀਨ ਕੋਲ ਹੁੰਦਾ? ਉਹ ਤੇ ਜੀ ਉਦੋਂ ਹੀ ਉਹਨਾਂ ਨੇ ਕਬਜ਼ਾ ਲੈਣ ਵਾਸਤੇ ਤੇ 1300 ਬੰਦਾ ਆ ਗਿਆ ਸੀ, ਤੇ ਉਹ ਤੇ ਅਸੀਂ ਭੱਜੇ ਨਹੀਂ ਉੱਥੋਂ, ਤੇ ਅਸੀਂ ਤੇ ਆਖਿਆ ਵੀ ਅਸੀਂ ਤੇ ਲੜਨਾ ਤੇ ਮਰਨਾ, ਜਾਂ ਤੇ ਅਸੀਂ ਮਾਰਾਂਗੇ ਤੇ ਜਾਂ ਮਰਾਂਗੇ। ਤੇ ਅਸੀਂ ਉੱਥੇ ਪੂਰੇ ਲੜੇ ਆ ਤੇ ਸਾਡਾ ਜਿੱਤ ਹੋਈ ਆ। ਸਾਡੀ ਜਿੱਤ ਦੀ ਵਜ੍ਹਾ ਨਾਲ ਹੀ ਉਹ UN ਕੋਲ ਰੋਏ ਮੁੜ ਕੇ ਚੀਨ ਵਾਲੇ ਵੀ ਇੱਥੇ ਪਤਾ ਨਹੀਂ ਕਿੰਨੀ ਕੁ ਫੌਜ ਲੱਗੀ ਸੀ ਜਿਨ੍ਹਾਂ ਨੇ ਸਾਡਾ ਐਡਾ ਵੱਡਾ ਨੁਕਸਾਨ ਕਰਤਾ। ਤੇ ਬੰਦਾ ਤਾਂ ਸਿਰਫ ਅਸੀਂ 250 ਹਾਂ, 4 ਬੰਦੇ ਸਾਡੇ ਅੱਗੇ ਸ਼ਹੀਦ ਹੋ ਗਏ ਜਿਹੜੇ OP ਤੇ ਸੀ। ਤੇ ਬਸ ਜਦੋਂ ਉਹਨਾਂ ਦਾ 1300 ਬੰਦਾ ਮਰ ਗਿਆ ਫਿਰ ਕਿਹਨੇ ਐਡਾ ਮਰਨਾ ਸੀ। ਉਹਨਾਂ ਨੇ ਪਿੱਛਾ ਭੌਂਕੇ ਨਹੀਂ ਵੇਖਿਆ ਮੁੜ ਕੇ ਹੁਣ ਤੱਕ। ਅਸੀਂ ਦੂਜੀ ਰਾਤ ਨੂੰ ਤੋਪਾਂ ਉੱਥੋਂ ਧੱਕੇ ਮਾਰ ਕੇ ਤਾਂ ਚੜਾਤੀਆਂ, ਹੋਰ ਥਾਂ 'ਤੇ ਲੈ ਗਏ। ਤੇ ਫਿਰ ਉੱਥੇ ਜਾ ਕੇ ਅਸੀਂ ਤਿਆਰੀ ਕਰ ਲਈ ਪੂਰੀ ਲੜਾਈ ਦੀ ਵੀ ਜੇ ਆਏ ਤੇ ਫਿਰ ਲੜਾਂਗੇ ਇੱਥੇ ਹੀ। ਤੇ ਉਹ ਸਭ ਬੰਦੋਬਸਤ ਬਹੁਤ ਕੈਪਟਨ ਸਾਹਿਬ, ਮੈਂ ਇੱਕ ਹੋਰ ਸਵਾਲ ਕਰਾਂਗਾ ਕਿ ਹੁਣ ਤੁਸੀਂ ਆਪਣੇ ਇਸ ਉਮਰ ਦੇ ਵਿੱਚ ਜੇ ਕਿ ਤੁਸੀਂ ਉਸ ਵੇਲੇ ਨੂੰ ਯਾਦ ਕਰਕੇ, ਜਿਵੇਂ ਚੀਨ ਅੱਜ ਸਾਨੂੰ ਧਮਕੀਆਂ ਦੇ ਰਿਹਾ, ਜੇ ਲੋੜ ਪੈ ਜੇ ਤੇ ਤੁਹਾਡਾ ਖੂਨ ਖੌਲ ਰਿਹਾ ਵੀ ਫਿਰ ਜਾ ਕੇ ਲੜ ਸਕਦੇ ਜੇ ਕਿ ਨਹੀਂ? ਉਹ ਤੇ 2 ਮਹੀਨੇ ਦੀ ਗੱਲ ਹੈ, 2.5 ਮਹੀਨੇ ਦੀ ਗੱਲ ਹੋ ਗਈ। ਉਹਨਾਂ ਚੀਨ ਨੇ ਦਬਕਾ ਮਾਰਿਆ ਵੀ 1962 ਵਾਲਾ ਜੰਗ ਵੇਖ ਲਓ, ਤੇ ਮੇਰਾ ਤੇ ਖੂਨ ਇੱਥੇ ਬੈਠੇ ਦਾ ਘਰੇ ਹੀ ਉਬਲ ਗਿਆ ਵੀ ਮੈਂ ਤਾਂ ਅਸੀਂ ਤੇ ਇਹਨਾਂ ਦੇ ਲੋਹੇ ਦੇ ਚਣੇ ਚ ਪਾਏ ਆ, ਤੇ ਸਾਰੀ UN ਵਾਲੇ ਤੇ ਆਣ ਕੇ ਚੀਨ ਵਾਲੇ ਰੋਂਦੇ ਸੀ ਉੱਥੇ UN ਵਾਲਾ ਕੋਲ ਵੀ ਪਤਾ ਨਹੀਂ ਕਿੰਨੀ ਕੁ ਫੌਜ ਲੱਗੀ ਆ। ਤੇ ਬੰਦਾ ਤਾਂ ਅਸੀਂ 250 ਹਾਂ, ਸਾਡੇ 4 ਬੰਦੇ ਜਿਹੜੇ ਅੱਗੇ OP ਤੇ ਉਹ ਵੀ ਸ਼ਹੀਦ ਹੋ ਗਏ। ਫਿਰ ਉਹਨਾਂ ਨੇ ਟੈਂਕ ਵੀ ਭੇਜੇ ਆ, ਤੇ ਟੈਂਕਾਂ ਦੇ ਵਿੱਚ ਸਾਡੇ ਮੇਜਰ ਸਾਹਿਬ ਕੁਦਰਤੀ ਉਦੋਂ ਮਿਲਣ ਵਾਸਤੇ ਸਾਨੂੰ ਗਏ ਸੀ। ਉਹਨਾਂ ਨੂੰ ਪਤਾ ਨਹੀਂ ਲੜਾਈ ਲੱਗ ਜਾਣੀ ਆ। ਤੇ ਕੈਪਟਨ AB ਸਿੰਘ ਸੀਗੇ ਜਿਨ੍ਹਾਂ ਨੇ OP ਤੇ ਜਾਣਾ ਸੀ, ਤੇ ਉਹਨਾਂ ਨੂੰ ਉਹਨੇ ਡੱਕਤਾ। ਉਹਨੇ ਆਖਿਆ ਉਹ ਮੁੰਡਿਆ ਤੂੰ ਤੇ ਬਹੁਤ ਕੁਝ ਖਾਣਾ ਪੀਣਾ ਅਜੇ, ਤੇ ਮੈਂ ਖਾ ਪੀ ਲਿਆ ਵਾ ਸਭ ਕੁਝ, ਤੇ ਮੈਂ ਬੁੱਢਾ ਬੰਦਾ ਮੈਂ ਜਾਣਾ ਵਾ ਉੱਥੇ ਟੈਂਕਾਂ ਦਾ ਮੈਂ ਮੁਕਾਬਲਾ ਕਰੂੰਗਾ। ਫਿਰ ਮੇਜਰ ਬਲਰਾਜ ਸਿੰਘ ਸਾਨੂੰ ਮਿਲਣ ਵਾਸਤੇ ਆਏ ਸੀ, ਤੇ ਉਹ ਹੱਥ 'ਚ ਖੂੰਡੀ ਫੜ ਕੇ ਤੇ ਉਹ ਉੱਤੇ ਚੜ੍ਹ ਕੇ ਪਹਾੜੀ ਦੇ। ਜਦੋਂ ਉੱਤੇ ਚੜ੍ਹ ਕੇ ਪਹਾੜੀ ਦੇ ਤੇ ਅੱਗੇ ਨਾਲਾ ਆ ਗਿਆ ਤੇ ਜਿਹਦੇ ਵਿੱਚ ਟੈਂਕ ਆ ਰਿਹਾ ਸੀਗਾ, ਉਹਨਾਂ ਨੇ ਫਿਰ 8 ਤੋਪਾਂ ਦਾ ਫਾਇਰ ਔਨ ਕੈਪ ਔਨ ਕਰਕੇ, ਤੇ ਉਹਨੇ ਆਖਿਆ ਹੁਣ ਫਾਇਰ ਕਰੋ ਕੈਪ ਔਨ ਕਰਕੇ ਫਾਇਰ ਕੀਤਾ। ਕੁਦਰਤੀ ਉਹ ਟੈਂਕ ਦੀ ਲੱਗ ਗਿਆ ਜਾ ਕੇ ਚੈਨ ਦੇ ਉੱਤੇ ਗੋਲਾ ਕੋਈ ਕਿਸੇ ਦਾ, ਤੇ ਉਹ ਗੋਲੇ ਨਾਲ ਹਿੱਟ ਹੋ ਗਿਆ ਤੇ ਚੈਨ ਗਈ ਟੁੱਟ। ਤੇ ਮੁੜ ਕੇ ਕਿਹਨੇ ਗਾਹ ਲੰਘਣਾ ਸੀ, ਗਾਹ ਅਗਲੇ ਬੰਦੇ ਲੰਘਣ ਨੂੰ ਰਾਹ ਹੀ ਕੋਈ ਨਹੀਂ ਹੋਰ। ਉਹ ਨਾਲੇ ਦੇ ਵਿੱਚ ਦੀ ਜਿਹਦੇ ਕਿ ਪਾਣੀ ਜਾਂਦਾ ਸੀ, ਜਿਹੜੇ ਨਾਲੇ ਦਾ ਉਹਦੇ ਵਿੱਚ ਕਦੀ ਕਦਾਈ ਮੀਂਹ ਪੈਂਦਾ, ਮੀਂਹ ਤੇ ਉੱਥੇ ਪੈਂਦਾ ਨਹੀਂ ਗਾ, ਪਰ ਅੱਡੇ ਦਾ ਪਾਣੀ ਜਿਹੜਾ ਸਪੰਗਰ ਝੀਲ ਦੇ ਵਿੱਚ ਜਾਂਦਾ, ਜਿਹਦਾ ਇੱਕ ਪਾਸਾ ਉਹਨਾਂ ਕੋਲ ਆ ਤੇ ਇੱਕ ਪਾਸਾ ਸਾਡੇ ਕੋਲ ਸੀਗਾ। ਤੇ ਉਹਨਾਂ ਦੇ ਟੈਂਕ ਮੁੜ ਕੇ ਬੈਕ ਹੀ ਗਏ, ਉੱਥੋਂ ਗਾਹ ਨਹੀਂ ਕੋਈ ਆ ਸਕਿਆ। ਹੁਣ ਤੱਕ ਚੀਨ ਨੇ ਮੁੜ ਕੇ ਮੂੰਹ ਨਹੀਂ ਵਿਖਾਇਆ ਉੱਥੇ। ਉਸ ਵੇਲੇ ਤੁਹਾਡੀ ਜਿਹੜੀ ਫੌਜ ਉੱਥੇ ਲੜੀ ਆ ਹਵਾਈ ਅੱਡੇ ਤੇ, ਉਹ ਨਰੋਲ ਸਿੱਖ ਫੌਜੀ ਸੀ ਜਾਂ ਮਿਕਸ ਫੌਜੀ ਸੀ ਜਿਹੜੀ ਤੁਹਾਡੀ ਉੱਥੇ ਪਲਟਨ ਲੜੀ ਆ? ਨਹੀਂ ਜੀ, ਸਾਡਾ 13 ਫੀਲਡ ਦਾ ਨਰੋਲ ਆ, ਪੂਰੀ ਸਿੱਖਾਂ ਦੀ ਯੂਨਿਟ ਆ। ਤੇ ਇੱਥੋਂ ਵੀ ਅਸੀਂ ਅਰਦਾਸਾ ਸੋਧ ਕੇ ਗਏ ਹਾਂ। ਉੱਥੇ ਜਦੋਂ ਸਾਨੂੰ ਸੂਹ ਮਿਲ ਗਈ ਭਈ ਸਾਡੇ ਕੰਨਾਂ 'ਚ ਜਦੋਂ ਆਵਾਜ਼ ਆ ਗਈ ਨਾ ਭਾਜੋ ਚੀਨੀ ਆ ਗਏ, ਤੇ ਅਸੀਂ ਆਖਿਆ ਵੀ ਅਸੀਂ ਤੇ ਇੱਥੇ ਹੀ ਸ਼ਹੀਦੀਆਂ ਪਾਵਾਂਗੇ, ਅਸੀਂ ਨਹੀਂ ਭੱਜਣਾ ਇੱਥੋਂ। ਫਿਰ ਦੁਬਾਰਾ ਅਰਦਾਸਾ ਸੋਧਿਆ, ਮਹਾਰਾਜ ਗਾੜੀ ਮਿੰਤਰਲਾ ਕੀਤਾ, ਤੇ ਮਹਾਰਾਜ ਨੇ ਸਾਡੇ ਸਿਰ 'ਤੇ ਹੱਥ ਰੱਖਿਆ। ਸਾਡੇ 'ਤੇ ਉਹਨਾਂ ਦੇ ਗੋਲਾ ਕੋਈ ਨਹੀਂ ਆ ਸਕਿਆ ਸਾਡੇ ਉੱਤੇ, ਸਾਰੇ ਗੋਲੇ ਉਹਨਾਂ ਦੇ ਪਿਛਾਂ ਹਵਾ 'ਚ ਡਿੱਗਦੇ ਰਹੇ ਪਿਛਾਂ। ਤੇ ਜਦੋਂ ਅਸੀਂ ਫਾਇਰ ਕੀਤਾ ਤੇ ਫਿਰ ਉਹਨਾਂ ਦੇ ਐਂ ਹਿੱਟ ਹੋ ਗਏ ਸਾਰੇ ਜਾ ਕੇ ਗੋਲੇ। ਹਾਂਜੀ ਕੈਪਟਨ ਸਾਹਿਬ, ਮੈਂ ਇੱਕ ਹੋਰ ਸਵਾਲ ਕਰਾਂਗਾ ਕਿ ਅੱਜ ਜਦੋਂ ਕਿ ਅੰਗਰੇਜ਼ ਦੇ ਜ਼ਮਾਨੇ ਵਿੱਚ 14% ਸਿੱਖ ਫੌਜ ਦੀ ਭਰਤੀ ਸੀ, ਅੱਜ ਸਾਡੀ ਬਹੁਤ ਗਿਣਤੀ ਘਟ ਗਈ ਆ। ਕੀ ਸਾਡਾ ਆਉਣ ਵਾਲਾ ਸਮਾਂ ਜਿਹੜਾ ਹਿੰਦੁਸਤਾਨ ਦਾ ਦੇਸ਼ ਦੀ ਰੱਖਿਆ ਲਈ ਜੇ ਸਾਡੀ ਸਿੱਖਾਂ ਦੀ ਜਿਹੜੀ ਆ ਨਫਰੀ ਉਹ ਵਧਾ ਦਿੱਤੀ ਜਾਵੇ ਫੌਜ ਵਿੱਚ, ਤੇ ਕੀ ਇਹ ਦੇਸ਼ ਲਈ ਫਾਇਦੇਮੰਦ ਹੋਏਗਾ? ਇੱਕ ਫਾਇਦੇਮੰਦ, ਉਹ ਅਸੀਂ ਜਿੱਥੇ ਅਰਦਾਸਾ ਸੋਧ ਕੇ ਚੱਲੇ ਜਾਈਏ ਪੈੜ ਖੜਕਾ ਕੇ ਨਾ ਐਂ ਕਰਕੇ ਜਕਾਰਾ ਸੁਣ ਕੇ ਹੀ ਨਾ ਉਹ ਭੱਜਣ ਦੀ ਕਰਦੇ ਉੱਥੋਂ। ਇਸੇ ਤਰ੍ਹਾਂ ਬੰਗਲਾਦੇਸ਼ ਦੀ ਤੁਹਾਨੂੰ ਗੱਲ ਦੱਸ ਦੂੰਗਾ ਮੁੜ ਕੇ। ਹਾਂ, ਬੰਗਲਾਦੇਸ਼ ਵੀ 1971 ਦੀ ਜੰਗ ਤੁਸੀਂ ਲੜੀ ਆ? ਨਹੀਂ, 65 ਦੀ ਲੜੀ ਇੱਥੇ। ਅੱਛਾ, 65 ਦੀ ਲੜੀ ਵੀ ਤੁਸੀਂ ਲੜੀ ਆ? 65 ਦੀ ਲੜਾਈ ਸਿਆਲਕੋਟ। ਕੋਈ ਉਸ ਵੇਲੇ ਦੀ ਸਾਂਝੀ ਤੁਹਾਡੀ ਕੋਈ ਯਾਦ ਹੋਵੇ ਤਾਂ ਉਹ ਸਾਡੇ ਨਾਲ ਕਰੋ। ਹਾਂ ਜੀ, 65 ਦੀ ਲੜਾਈ ਦੇ ਵਿੱਚ ਉਹਨਾਂ ਨੇ 375 ਟੈਂਕਾਂ ਦਾ ਹਮਲਾ ਕੀਤਾ ਛੰਭ ਜੌੜੀਆਂ 'ਚ।
ਉਹਨਾਂ ਦਾ ਇਰਾਦਾ ਇਹ ਸੀ ਵੀ ਅਸੀਂ ਇੱਥੋਂ ਕੱਟ ਆਫ ਕਰ ਦਾਂਗੇ ਤੇ ਸਾਰਾ ਕਸ਼ਮੀਰ ਸਾਡੇ ਕਬਜ਼ੇ 'ਚ ਆ ਜਾਊਗਾ ਪਾਕਿਸਤਾਨੀਆਂ ਦਾ। ਜਦੋਂ ਇਹ ਖਬਰ ਸਰਦਾਰ ਅਰਜਨ ਸਿੰਘ ਏਅਰ ਮਾਰਸ਼ਲ ਉਹਨਾਂ ਦੇ ਕੰਨਾਂ 'ਚ ਕਿਤੇ ਆਵਾਜ਼ ਪੈ ਗਈ, ਉਹਨਾਂ ਨੇ ਉੱਥੋਂ ਹੀ ਸਕਾਡਨ ਚੜਾਤਾ ਤੇ ਆਪ ਵੀ ਆ ਗਏ ਨਾਲ ਹੀ। ਉਹਨਾਂ ਨੇ ਆਣ ਕੇ ਤੇ ਉਹ ਟੈਂਕਾਂ ਦਾ ਜਿਹੜਾ ਨਾ ਮੂੰਹ ਭੁਆ ਤੇ ਪਿੱਛੇ ਪਾਕਿਸਤਾਨ ਵੱਲ ਨੂੰ ਕਰਤਾ। ਉਹਨੂੰ ਤਾਂ ਮਿੰਟ ਕੀ ਸਕਿੰਟ ਹੀ ਲੱਗੇ, ਉਹ ਤਾਂ ਮਿੰਟੋ ਮਿੰਟੀ 375 ਟੈਂਕ ਦਾ ਕੋਈ ਭੱਜਾ ਜਾਂਦਾ ਪਾਕਿਸਤਾਨ ਨੂੰ ਡਿੱਗ ਪਿਆ ਤੇ ਕੋਈ ਉੱਥੇ ਕਿਸੇ ਦੀ ਬੈਲ ਲੈ ਕੇ ਡਿੱਗ ਪਈ, ਕਿਸੇ ਨੂੰ ਉੱਥੇ ਅੱਗ ਲੱਗ ਗਈ, ਕਿਸੇ ਤੇ ਉਹ ਤਾਂ ਪੱਗੜ ਕੇ ਜਿਹੜੇ ਅਮਰੀਕਾ ਦੇ ਦਿੱਤੇ ਸੀ ਨਾ ਟੈਂਕ ਉੱਥੇ ਪੱਗੜ ਗਏ, ਉਹ ਨਹੀਂ ਆ ਸਕੇ ਮੁੜ ਕੇ ਅੱਜ ਤੱਕ। ਅੱਛਾ, ਅਸੀਂ ਮਤਲਬ ਤੁਸੀਂ ਸਮਝਦੇ ਜੇ ਵੀ ਅਰਜਨ ਸਿੰਘ ਹੋਣਾ ਦਾ ਇਹਦੇ ਵਿੱਚ ਹਵਾਈ ਫੌਜ ਦੇ ਨਾਲ ਬਹੁਤ ਵੱਡਾ ਰੋਲ ਸੀ 1965 ਦੀ ਜੰਗ 'ਚ? ਬਹੁਤ ਵੱਡਾ। ਜੇ ਉਹ ਨਾ ਇਹ ਉਹਨਾਂ ਦਾ ਤਜਰਬਾ ਹੁੰਦਾ ਤੇ ਫਿਰ ਤੇ ਕੱਟ ਆਫ ਹੋ ਗਿਆ ਸੀ। ਫਿਰ ਤੇ ਕਸ਼ਮੀਰ ਸਾਡੇ ਨਾਲੋਂ ਕਸ਼ਮੀਰ ਕੱਟ ਆਫ ਹੋ ਗਿਆ ਸੀ। ਇੱਕੋ ਹੀ ਸੜਕ ਸੀ ਸਾਡੀ, ਉਹ ਵੀ ਕੱਟ ਆਫ ਹੋ ਜਾਣੀ ਸੀ। ਤੇ ਇਹ ਕਰਕੇ ਉਹ 375 ਟੈਂਕਾਂ ਦਾ ਹਮਲਾ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਨੇ ਡੱਕਿਆ ਸੀਗਾ ਤੇ ਮੁੜ ਕੇ ਫਿਰ ਹੀ ਉਹ ਸਾਡੇ ਕਬਜ਼ੇ 'ਚ ਆਏ। ਫਿਰ ਤਾਂ ਅਸੀਂ ਲੜਨ ਵਾਸਤੇ ਤੋਪਖਾਨੇ ਵੀ ਤਿਆਰ ਹੋ ਗਏ ਤੇ ਦੂਜੇ ਵੀ ਤਿਆਰ ਹੋ ਗਏ। ਹਾਂਜੀ ਕੈਪਟਨ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਹੋਰ ਕਰਦਾ ਕਿ 1971 ਦੀ ਜੰਗ ਵੀ ਜਿਹੜੀ ਆ ਉਹ ਸਾਨੂੰ ਬੰਗਲਾਦੇਸ਼ ਵਿੱਚ ਪਾਕਿਸਤਾਨ ਨਾਲ ਲੜਨੀ ਪਈ। ਉਸ ਵੇਲੇ ਦੀ ਕੋਈ ਤੁਹਾਨੂੰ ਯਾਦਾਂ ਜਿਹੜੀਆਂ ਨੇ ਉਹ ਵੀ ਸਾਡੇ ਨਾਲ ਸਾਂਝੀਆਂ ਕਰੋ। 1971 'ਚ ਜੀ ਗੱਲ ਇਸ ਤਰ੍ਹਾਂ ਵੀ ਅਸੀਂ ਤਾਂ ਰਹੇ 3 ਸਾਲ ਉੱਥੇ। ਸਾਨੂੰ ਮਿਲਿਆ ਹੈ 400 ਕਿਲੋਮੀਟਰ ਦਾ ਏਰੀਆ ਤੇ 400 ਕਿਲੋਮੀਟਰ 'ਚ ਅਸੀਂ ਉਹਨਾਂ ਦੀਆਂ ਪਿਕਟਾਂ ਦੇ ਉੱਤੇ ਗੋਲੇ ਮਾਰਨੇ ਆ ਤੇ ਮੁੜ ਕੇ ਆਖ ਦਿੰਦੇ ਜੋ ਕੰਮ ਕੀਤਾ ਨਾ ਅੱਜ ਸਵੇਰ ਤੋਂ ਉਹ ਮੁਕਤੀ ਬਣੀ ਨੇ ਕੀਤਾ। ਮੁਕਤੀ ਬਣੀ ਤੇ ਵਿਚਾਰੀ ਮਾਤੜ ਸੀ, ਉਹ ਤੇ ਉਹਨਾਂ ਦੇ ਸਾਹਮਣੇ ਉਹ ਹੀ ਨਹੀਂ ਖਲੋ ਸਕਦੀ। ਉਹ ਤੇ ਏਡੇ ਏਡੇ ਬੁਰਸ਼ਾਂ ਵਰਗੇ ਜਵਾਨ ਤੇ ਉਹ ਵਿਚਾਰੇ ਨਿੱਕੇ ਉਹ ਪੈਰ ਖੜਕਾ ਲੈਣ ਤੇ ਉਹ ਭੱਜ ਜਾਂਦੇ ਵਿਚਾਰੇ ਡਰ ਕੇ। ਤੇ ਇਹ ਕਰਕੇ ਉਹਨਾਂ ਨੇ ਜ਼ੁਲਮ ਕੀਤਾ ਸੀ ਤੇ ਜ਼ੁਲਮ ਦੇ ਪੈਰ ਨਹੀਂ ਹੈਗੇ। ਅਸੀਂ ਸਾਰੇ ਇਕੱਠੇ ਕਰਕੇ ਤੇ 90,000 ਫੌਜ ਉਹਨਾਂ ਦੀ ਕੈਦ ਕੀਤੀ ਉੱਥੇ। ਜਦੋਂ 90,000 ਫੌਜ ਤੇ 10,000 ਸਿਵਲੀਅਨ ਬੰਦਾ ਜਿਹੜੇ ਕਲਰਕ ਲੱਗੇ ਸੀ ਉੱਥੇ, ਉਹਨਾਂ ਦੀਆਂ ਮੇਮਾਂ ਵੀ ਨਾਲ, ਉਹ ਉੱਥੇ ਸਾਰੇ ਅਸੀਂ ਤਾਰਾਂ ਦੇ ਅੰਦਰ ਜਦੋਂ ਬੰਦ ਕੀਤੇ, ਉਹਨਾਂ ਦੇ ਇਤਿਹਾਸ ਦੀ ਉੱਥੋਂ ਅੱਡ ਕਰਾ ਲਏ ਤੇ ਉਹ ਮੁੜ ਕੇ ਸਹਿ ਛੱਡੇ। ਉਹ ਤਾਂ ਸਾਡੇ ਦੇਸ਼ ਦੀ ਥੋੜ੍ਹੀ ਜਿਹੀ ਸੁਸਤੀ ਸਮਝ ਲਓ, ਚਾਹੇ ਕੋਈ ਕਿਤੇ ਮਿਸਟੇਕ ਹੋ ਗਈ ਥੋੜ੍ਹੀ ਬਹੁਤ। ਜੇ ਉਦੋਂ ਕਿਤੇ ਉਹਨਾਂ ਨੂੰ ਦੱਸ ਦਿੰਦੇ ਵੀ ਇਹ 90,000 ਫੌਜ ਤੇ ਜਿਹੜੇ 10,000 ਸਿਵਲੀਅਨ ਆ ਉਦੋਂ ਛੱਡਾਂਗੇ ਜਦੋਂ ਤੁਸੀਂ ਕਸ਼ਮੀਰ ਦਾ ਸਾਡਾ ਮਸਲਾ ਹੱਲ ਕਰ ਲਓ, ਤੇ ਉਦੋਂ ਕਸ਼ਮੀਰ ਦਾ ਸਾਈਨ ਕਰਾ ਲੈਂਦੇ, ਫਿਰ ਅੱਜ ਤੱਕ ਕਿਸੇ ਨੇ ਕੋਈ ਲੜਾਈ ਨਹੀਂ ਲੜਨੀ। ਅੱਛਾ ਕੈਪਟਨ ਸਾਹਿਬ, ਇਹ ਤਾਂ ਗੱਲਾਂ ਰਹੀਆਂ ਜੰਗ ਦੀਆਂ। ਤੁਸੀਂ ਬੜੀ ਲੰਮੀ ਸਮਾਂ ਫੌਜ ਵਿੱਚ ਡਿਊਟੀ ਦਿੱਤੀ ਆ। ਮੈਂ ਤੁਹਾਨੂੰ ਇੱਕ ਸਵਾਲ ਹੋਰ ਕਰਾਂਗਾ ਕਿ ਤੁਸੀਂ ਹੁਣ ਆਪਣੀ ਸਿਹਤ ਔਰ ਪਰਿਵਾਰ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ। ਅੱਛਾ ਜੀ, ਮੈਂ ਤਕਰੀਬਨ 36 ਸਾਲ ਫੌਜ 'ਚ ਸਰਵਿਸ ਕੀਤੀ ਆ। 1949 'ਚ ਮੈਂ ਭਰਤੀ ਹੋਇਆ ਸੀ ਤੇ 1983 'ਚ ਮੈਂ ਐਜ਼ ਏ ਕੈਪਟਨ ਸੂਬੇਦਾਰ ਮੇਜਰ ਆਨਰਰੀ ਕੈਪਟਨ ਦੀ ਪੈਨਸ਼ਨ ਆਇਆ। ਗੌਰਮੈਂਟ ਮੇਰੀ ਬਹੁਤ ਹੈਲਪ ਕਰ ਰਹੀ ਆ, ਚੰਗੀ ਪੈਨਸ਼ਨ ਦੇਣ ਦੀ ਆ, ਸਭ ਕੁਝ ਮੈਨੂੰ ਬਹੁਤ ਕੁਝ ਦਿੱਤਾ ਵਾ। ਮੈਨੂੰ ਬੱਚੇ ਵੀ ਚੰਗੇ ਦਿੱਤੇ ਇੱਥੇ ਤੇ ਚੰਗੇ ਖਾਨਦਾਨ ਮਿਲਿਆ ਮੈਨੂੰ। ਇੱਕ ਬੰਦੇ ਨੂੰ ਆਵਾਜ਼ ਮਾਰਦਾ ਤੇ 2 ਭੱਜੇ ਆ ਜਾਂਦੇ ਮੇਰੇ ਕੋਲ, ਮੇਰੇ ਪੋਤਰੇ ਜਿਹੜੇ ਆ। ਤੇ ਮੈਂ ਤਾਂ ਬਹੁਤ ਸੁੱਖ ਦੀ ਜ਼ਿੰਦਗੀ 'ਚ ਰਹਿਣ ਡਿਆ। ਕੋਈ ਸਿਹਤ ਬਾਰੇ ਸਾਨੂੰ ਦੱਸੋ, ਸਿਹਤ ਠੀਕ ਠਾਕ ਆ? ਸਿਹਤ ਵੀ ਠੀਕ ਠਾਕ ਆ। ਕਿਤੇ ਮਾੜਾ ਮੋਟਾ ਆ ਜਾਂਦਾ, BP ਵੱਧ ਗਿਆ, ਕਿਤੇ ਘਟ ਗਿਆ, ਉਹ ਤੇ ਹੁੰਦਾ ਹੀ ਰਹਿੰਦਾ। ਛੋਟਾ ਮੋਟਾ ਗੱਲਾਂ ਬਾਤਾਂ ਇਹ ਤਾਂ ਹੁੰਦੀਆਂ ਰਹਿਣੀਆਂ ਗਾਂ ਵੀ। ਤੇ ਮਹਾਰਾਜ ਦਾ ਹੱਥ ਆ ਉੱਤੇ, ਚੜ੍ਹਦੀ ਕਲਾ ਜੀ ਰੱਖਿਆ ਉਹਨੇ ਹੁਣ ਤੱਕ। ਬਾਬੇ ਸੁਰਜਨ ਸਾਹਿਬ ਸਾਡੇ ਦਾ ਹੱਥ ਆ ਸਾਡੇ ਉੱਤੇ। ਤੇ ਬਾਬਾ ਸੁਰਜਨ ਸਾਹਿਬ ਸਾਡਾ ਤੇ ਏਡਾ ਵਾ, ਜਿੱਥੇ ਐ ਹੱਥ ਨਿਗਾਹ ਦੇ ਉੱਤੋਂ ਦੀ ਉਹ ਉੱਥੇ ਦੁਨੀਆ ਵੇਖ ਹੀ ਨਹੀਂ ਸਕਦੀ ਉਹ ਬੰਦੇ ਨੂੰ। ਏਡਾ ਜ਼ਿਆਦਾ ਬਾਬਾ ਸਾਡਾ ਸੁਰਜਨ ਸਾਹਿਬ। ਤੇ ਕੀ ਇਹ ਤੁਹਾਡੇ ਜਿਹੜੇ ਪੁੱਤ ਪੋਤਰੇ ਇਹ ਤਾਂ ਨਹੀਂ ਵੀ ਕਈ ਵਾਰ ਬਜ਼ੁਰਗ ਹੋ ਜਾਂਦੇ ਆ ਤੇ ਮੁੜ ਕੇ ਆ ਤਕਾਲ ਨੂੰ ਬੁੱਢੇ ਦਾ ਆਂਦੇ ਆ ਵੀ ATM ਮੈਨੂੰ ਫੜਾ ਦਿਓ ਤੇ ਮੈਂ ਕਢਾ ਲਾਂ? ਕੋਈ ਤੁਹਾਡੀ ਵੀ ਇਹੀ ਹੈ? ਨਹੀਂ, ਇਹੋ ਜੀ ਗੱਲ ਨਹੀਂ ਕੀ ਹੈਗੀ। ਮੈਂ ਇਹਨਾਂ ਨੂੰ ਬਹੁਤ ਕੁਝ ਦੇ ਦਿੱਤਾ ਵਾ। ਜੋ ਕੁਝ ਇਹਨਾਂ ਨੂੰ ਦੇਣਾ ਹੈ ਮੈਂ 40 ਕਿੱਲੇ ਜ਼ਮੀਨ 2 ਕਿੱਲਿਆਂ ਤੋਂ ਬਣਾ ਕੇ ਤੇ ਇਹਨਾਂ ਨੂੰ ਦੇ ਦਿੱਤੀ ਆ। 20 ਕਿੱਲੇ ਉਹ ਮੁੰਡੇ ਨੂੰ ਦੇ ਦਿੱਤੀ, 20 ਕਿੱਲੇ ਉਹ ਮੁੰਡੇ ਨੂੰ ਦੇ ਦਿੱਤੀ। ਕੁੜੀ ਨੂੰ ਮੈਂ ਵਿਆਹ ਚੰਗੇ ਘਰ ਤੇ ਚੰਗੇ ਘਰ ਉਹ ਸੌਖੀ ਆ ਤੇ ਵਾਧੂ ਉਹਨਾਂ ਕੋਲ ਪੈਸੇ ਆ। ਮੇਰੇ ਕੋਲ ਮੈਂ ਪੈਸੇ ਦੇਵਾਂ ਵੀ ਤਾਂ ਲੈਂਦੇ ਹੀ ਨਹੀਂ ਉਹ। ਤੇ ਮੈਂ ਜਿੰਨੇ ਪੈਸੇ ਪੈਨਸ਼ਨ ਦੇ ਆ ਨਾ, ਮੈਂ ਬਾਬੇ ਸੁਰਜਨ ਸਾਹਿਬ ਦੇ ਗੁਰਦੁਆਰੇ ਨੂੰ ਜਾਂ ਹੋਰ ਜਿੱਥੇ ਵੀ ਕਿਤੇ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਹੋਵੇ ਉੱਥੇ ਦੇ ਦਿੰਦਾ 200, 400, 500 ਜਿੰਨਾ ਕੁ ਦੇਣਾ ਹੁੰਦਾ। ਹੋਰ ਜੇ ਗੁਰਦੁਆਰੇ 'ਚ ਕੋਈ ਮਕਾਨ ਬਣਨਾ ਤਾਂ ਮੈਂ ਉੱਥੇ ਮਕਾਨ ਵੀ ਬਣਾ ਦਿੰਦਾ।
ਹੋਰ ਕੋਈ ਜਿੱਥੇ ਵੀ ਇਸ ਤਰ੍ਹਾਂ ਲੰਗਰ ਕਿਤੇ ਲੱਗਣਾ ਹੋਵੇ ਮੈਂ ਉੱਥੇ ਲੰਗਰ ਵੀ ਲਵਾ ਦਿੰਦਾ। ਦੱਸਣਾ ਤਾਂ ਨਹੀਂ ਚਾਹੁੰਦਾ ਮੈਂ, ਤੇ ਪਰ ਹੁਣ ਤੁਸੀਂ ਕੁਦਰਤੀ ਪੁੱਛ ਲਿਆ ਤੇ ਮੇਰੇ ਮੂੰਹੋਂ ਤੇ ਇਹ ਗੱਲ ਨਿਕਲ ਗਈ ਆ। ਕਿਉਂ ਇਹ ਆਮ ਤੌਰ ਤੇ ਜਿਹੜੇ ਬਜ਼ੁਰਗ ਹੋ ਜਾਂਦੇ ਆ, ਫੌਜੀ ਭਾਵੇਂ ਹੋਣ ਜਾਂ ਕੋਈ ਵੀ, ਉਹਨਾਂ ਨਾਲ ਬੀਤਦੀਆਂ, ਇਹ ਤਾਂ ਸਵਾਲ ਕੀਤਾ ਤੁਹਾਡੇ ਤੇ। ਨਹੀਂ, ਮੇਰੇ ਨਾਲ ਕੋਈ ਨਹੀਂ ਇਹ ਬੀਤਦੀ। ਮੇਰੇ ਮੁੰਡੇ ਬਹੁਤ ਚੰਗੇ ਆ, ਮੈਥੋਂ ਨਹੀਂ ਕੁਝ ਵੀ ਮੰਗਦੇ। ਮੇਰੀ ਮਰਜ਼ੀ ਹੋਵੇ ਤਾਂ ਮੈਂ ਇਹਨਾਂ ਨੂੰ ਥੋੜਾ ਦੇ ਦਿੰਦਾ ਕਦੀ ਗੱਪਾ, ਤੇ ਜੇ ਨਾ ਹੋਵੇ ਤਾਂ ਨਹੀਂ ਦਿੰਦਾ। ਮੈਂ ਇਹਨਾਂ ਨੂੰ ਜ਼ਮੀਨ ਵਾਧੂ ਦਿੱਤੀ ਆ। ਅੱਛਾ, ਦਾਨ ਪੁੰਨ ਵੀ ਅੱਜ ਕਰ ਰਹੇ ਜੇ ਅੱਜ ਕੱਲ ਕੁਝ? ਦਾਨ ਪੁੰਨ ਜਿੰਨਾ ਹੋ ਸਕਦਾ ਮੈਂ ਜ਼ਿਆਦਾ ਤੋਂ ਜ਼ਿਆਦਾ ਕਰਦਾ। ਮੈਨੂੰ ਇਸ ਜਨਮ ਦੇ ਵਿੱਚ ਤੇ ਬਹੁਤ ਕੁਝ ਦੇ ਦਿੱਤਾ, ਤੇ ਗਾਂ ਆਉਣ ਵਾਲੇ ਜਨਮ ਵਿੱਚ ਵੀ ਮਹਾਰਾਜ ਇਸੇ ਤਰ੍ਹਾਂ ਹੀ ਖੁੱਲ੍ਹੇ ਹੀ ਰੱਖੇ ਗੱਫੇ, ਤੇ ਫਿਰ ਗੱਲ ਸੁਤਰਿਆ ਤੇ ਮਹਾਰਾਜ ਰੱਖੂਗਾ ਖੁੱਲ੍ਹੇ ਹੀ। ਜਦੋਂ ਅਸੀਂ ਉਹਨਾਂ ਦੇ ਚਰਨਾਂ 'ਚ ਹੱਥ ਵੇਲੇ ਹਾਜ਼ਰੀਆਂ, ਉਹਨਾਂ ਤੋਂ ਤਾਂ ਅਸੀਂ ਭੱਜਦੇ ਨਹੀਂ ਕਦੀ ਵੀ। ਕੈਪਟਨ ਸਾਹਿਬ, ਇੱਕ ਸਵਾਲ ਆ ਕਿ ਸਾਡਾ ਜੋ ਪ੍ਰਸ਼ਾਸਨ ਨਿਜ਼ਾਮ ਆ, ਤੁਸੀਂ ਸਮਝਦੇ ਵੀ ਤੁਹਾਡੇ ਚੰਗੇ ਅਹੁਦੇ ਦੇ ਤੁਹਾਡਾ ਗਿਆ ਕੋਈ ਸਨਮਾਨ ਹੁੰਦਾ ਇਹਨਾਂ ਕੋਰਟ ਕਚਹਿਰੀਆਂ ਵਿੱਚ, ਥਾਣਿਆਂ 'ਚ, ਕਿ ਕੋਈ ਨਹੀਂ ਗੱਲ ਹੈਗੀ? ਨਹੀਂ, ਉਹ ਏਡੀ ਵੱਡੀ ਗੱਲ ਤਾਂ ਨਹੀਂ ਹੈਗੀ, ਤੇ ਪਰ ਉਹ ਜਦੋਂ ਮੈਂ ਦੱਸਾਂ ਤਾਂ ਮੈਨੂੰ ਕੁਰਸੀ ਦੇ ਦਿੰਦੇ ਆ, ਆਖਦੇ ਚਾਹ ਪੀਣੀ ਕਿ ਨਹੀਂ ਬਾਪੂ ਜੀ, ਚਾਹ ਪੀਣੀ ਕਿ ਨਹੀਂ। ਤੁਸੀਂ ਸਮਝਦੇ ਵੀ ਸਨਮਾਨ ਹੋ ਜਾਂਦਾ ਤੁਹਾਡੇ? ਹੋ ਜਾਂਦਾ ਥੋੜਾ ਬਹੁਤ ਹੋ ਜਾਂਦਾ। ਅੱਛਾ, ਇੱਕ ਗੱਲ ਮੈਂ ਆਖਰੀ ਸਵਾਲ ਕਰਾਂਗਾ ਕਿ ਪਿਛਲੇ ਸਮੇਂ ਸਾਡੇ ਦੇਸ਼ ਪਾਕਿਸਤਾਨ ਤੇ ਚੀਨ ਤੇ ਹੋਰ ਸਾਡੇ ਨਾਲ ਬੜਾ ਘੇਰਾਬੰਦੀ ਕਰ ਰਹੇ ਨੇ। ਹਿੰਦੁਸਤਾਨ ਦੀ ਫੌਜ ਨੂੰ ਜੋ ਹਥਿਆਰ ਜੋ ਪੁਰਾਣੇ ਸੀ ਉਹ ਨਵੀਨਤਾ ਕਰਨ ਵਿੱਚ ਸਰਕਾਰ ਕੁਝ ਕਰ ਰਹੀ ਆ ਜਾਂ ਨਹੀਂ ਕਰ ਰਹੀ? ਨਹੀਂ, ਬਹੁਤ ਕੁਝ ਕੀਤਾ। ਜਦੋਂ ਅਸੀਂ ਸਾਂ ਉੱਥੇ ਸੰਨ 83 ਤੋਂ ਪਹਿਲੋਂ ਤੇ ਉਦੋਂ ਤੇ ਰਾਈਫਲਾਂ ਹੀ ਸਿਰਫ ਚੇਂਜ ਹੋਈਆਂ ਸੀ, ਤੇ ਬਾਕੀ ਉਹ 1960-61 ਦੇ ਵਿੱਚ 62 'ਚ ਹੋ ਗਈਆਂ ਸੀ ਚੈਨ। ਉਸੇ ਖੁਸ਼ੀ ਵਿੱਚ ਉਹਨਾਂ ਨੇ ਸਾਡੀ ਯੂਨਿਟ ਨੂੰ ਵੱਡੀਆਂ ਤੋਪਾਂ ਦੇ ਦਿੱਤੀਆਂ ਵੀ ਇਹ ਯੂਨਿਟ ਲੜਾਈ ਲੜ ਸਕਦੀ ਆ, ਤੇ ਸਾਡੀ ਯੂਨਿਟ ਨੂੰ ਵੱਡੀਆਂ ਤੋਪਾਂ ਮਿਲੀਆਂ। ਜਿਸ ਤਰ੍ਹਾਂ ਸਾਡੀ ਯੂਨਿਟ ਨੇ ਉੱਥੇ ਬਹਾਦਰੀ ਵਿਖਾਈ ਆ, ਇਸੇ ਤਰ੍ਹਾਂ ਸਾਰੀਆਂ ਯੂਨਿਟਾਂ ਵੀ ਵਿਖਾ ਸਕਦੀਆਂ ਵਾ, ਵਿਖਾਉਂਦੀਆਂ ਵੀ ਹੈਗੀਆਂ। ਮਾੜੀ ਕੋਈ ਨਹੀਂ ਹੈਗੀ, ਸਾਰੀਆਂ ਯੂਨਿਟਾਂ ਕੋਲ ਚੰਗੇ ਹਥਿਆਰ ਆ, ਚੰਗੇ ਸਭ ਕੁਝ ਆ, ਤੇ ਜੇ ਹੁਣ ਲੋੜ ਪਵੇ ਤੇ ਅਸੀਂ ਵਰਤੀਏ। ਤੇ ਮੈਨੂੰ ਮੈਂ ਵੀ ਸਾਡੇ ਸਾਹਮਣੇ ਕੋਈ ਖਲੋ ਨਹੀਂ ਸਕਦੀ ਦੁਨੀਆ ਦੀ ਤਾਕਤ। ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੋ ਮੌਜੂਦਾ ਸਰਕਾਰ ਆ ਉਹ ਕੁਝ ਖਰਚਾ ਕਰ ਰਹੀ ਆ ਭਲਾ ਫੌਜਾਂ ਦੇ ਵਾਸਤੇ, ਨਵੀਨਤਾ ਵਾਸਤੇ, ਕਿ ਨਹੀਂ ਕਰ ਰਹੀ? ਕਰਦੇ ਆ। ਖਾਸ ਤੁਸੀਂ ਇਸ ਵੇਲੇ ਨਾਂ ਲੈ ਸਕਦੇ ਕਿਹੜਾ? ਜਦੋਂ ਦਾ ਅਸੀਂ ਮੋਦੀ ਸਾਹਿਬ ਨੂੰ ਸੁਣਦੇ ਆ ਨਾ, ਉਦੋਂ ਦਾ ਤਾਂ ਵਾਹਵਾ ਹੀ ਉਹਨਾਂ ਨੇ ਕਾਫੀ ਫਰਕ ਕਰਤਾ ਵਾ ਫੌਜ ਦੇ ਵਿੱਚ। ਇੱਕ ਰੈਂਕ ਇੱਕ ਪੈਨਸ਼ਨ ਵੀ ਹੋ ਹੀ ਗਈ, ਸਮਝੋ ਤੁਸੀਂ, ਜੇ ਨਹੀਂ ਹੋਈ ਤਾਂ ਹੋ ਜੂਗੀ, ਥੋੜੀ ਬਹੁਤ ਕਸਰਿਆ ਤੇ ਬਹੁਤ ਕੁਝ ਕਰਨ ਡਏ ਆ। ਅੱਛਾ, ਇਸ ਵੇਲੇ ਤੁਸੀਂ ਮੋਦੀ ਸਾਹਿਬ ਤੋਂ ਸੈਟੀਸਫਾਈ ਜੇ? ਅਸੀਂ ਤਾਂ ਸੈਟੀਸਫਾਈ ਹਾਂ ਵੀ ਮੋਦੀ ਸਾਹਿਬ ਜਿਹੜਾ ਕੰਮ ਕਰਨ ਡਿਆ, ਸਾਰੇ ਮੁਲਕਾਂ ਨਾਲ ਉਹਨੇ ਮੇਲ ਮਿਲਾਪ ਕਰਕੇ ਅੱਤਵਾਦ ਨੂੰ ਠੱਲ ਪਾਈ ਆ। ਅੱਤਵਾਦ ਭਾਵੇਂ ਅਜੇ ਖਿੰਡਦਾ ਵਾ। ਅੱਛਾ, ਇੱਕ ਗੱਲ ਮੈਂ ਭੁੱਲ ਗਿਆ, ਫਿਰ ਕਹਿ ਦਿਆਂ, ਉਹ ਤੁਹਾਡੀ ਯੂਨਿਟ ਅੱਜ ਕੱਲ੍ਹ ਕਿੱਥੇ ਜਿਹੜੀ ਆ ਸਟੈਪ ਆਈ ਹੋਈ ਆ? ਉਹ ਜੀ ਐਡਵਾਂਸ ਪਾਰਟੀ ਆ ਗਈ ਆ ਤੇ ਜਲੰਧਰ, ਤੇ ਵੇਖੋ ਦੂਜੀ ਪਾਰਟੀ ਜੇ ਆਉਣ ਵਾਲੀ ਆ। ਤੁਸੀਂ ਯਾਰ ਕੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਜਾਓਗੇ? ਆਹੋ, ਉਹਨਾਂ ਨੇ ਇਨਵਾਈਟ ਕੀਤਾ ਸਾਨੂੰ, ਤੇ ਜਾਵਾਂਗੇ ਉੱਥੇ। ਕੈਪਟਨ ਸਾਹਿਬ, ਤੁਹਾਡਾ ਕੋਟ ਧੰਨਵਾਦ। ਅੱਜ ਤੁਸੀਂ ਸਾਡੇ ਨਾਲ ਆਪਣੇ ਉਸ ਆਰਮੀ ਦੇ ਵਿੱਚ ਸਰਵਿਸ ਦੇ ਜੋ ਤੁਹਾਡੇ ਤਜਰਬੇ ਸੀ ਸਾਂਝੇ ਕੀਤੇ ਆ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਨੌਜਵਾਨ ਜੇ ਤੁਹਾਡੇ ਕੋਲ ਸੇਧ ਲੈ ਕੇ ਦੇਸ਼ ਦੀ ਖਾਤਰ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ, ਤਾਂ ਕਿ ਸਾਡੇ ਦੇਸ਼ ਦੀ ਕੋਈ ਕੌੜੀ ਅੱਖ ਕਰਕੇ ਵੇਖ ਨਾ ਸਕੇ। ਤੁਹਾਡਾ ਕੋਟ ਧੰਨਵਾਦ। ਸਤਿ ਸ੍ਰੀ ਅਕਾਲ।